ਗੁੱਡ ਮਾਰਨਿੰਗ ਬੱਚਿਓ। ਲਾਜ਼ਮੀ ਪੰਜਾਬੀ ਜਮਾਤ 12ਵੀਂ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਕਹਾਣੀ ਭਾਗ ਵਿੱਚੋਂ ਚੌਥੀ ਕਹਾਣੀ ਮਾੜਾ ਬੰਦਾ ਪੜ੍ਹਾਂਗੇ, ਜਿਸ ਦੇ ਲੇਖਕ ਹਨ ਪ੍ਰੇਮ ਪ੍ਰਕਾਸ਼ ਜੀ। ਬੱਚਿਓ, ਕਹਾਣੀ ਨੂੰ ਸ਼ੁਰੂ ਤੋਂ ਐਂਡ ਤੱਕ ਜ਼ਰੂਰ ਸੁਣੋ ਤਾਂ ਜੋ ਤੁਹਾਨੂੰ ਕਹਾਣੀ ਵਿਚਲੇ ਸਾਰੇ ਪਾਤਰਾਂ ਦੀ ਚੰਗੀ ਤਰ੍ਹਾਂ ਜਾਣਕਾਰੀ ਮਿਲ ਸਕੇ ਅਤੇ ਤੁਸੀਂ ਸਾਰੀਆਂ ਕਹਾਣੀ ਵਿੱਚ ਵਾਪਰੀਆਂ ਘਟਨਾਵਾਂ ਤੋਂ ਜਾਣੂ ਹੋ ਸਕੋ। ਜਦੋਂ ਤੁਸੀਂ ਸਿਰਫ ਗਾਈਡ ਦੇ ਮਾਧਿਅਮ ਦੇ ਨਾਲ ਕਹਾਣੀ ਦਾ ਸਾਰ ਪੜ੍ਹ ਕੇ ਸਾਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਕਹਾਣੀ ਵਿਚਲੇ ਪਾਤਰਾਂ ਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਮਿਲ ਪਾਉਂਦੀ ਅਤੇ ਇਸੇ ਤਰ੍ਹਾਂ ਤੁਸੀਂ ਕਹਾਣੀ ਵਿੱਚ ਵਾਪਰੀਆਂ ਘਟਨਾਵਾਂ ਤੋਂ ਵੀ ਪੂਰੀ ਤਰ੍ਹਾਂ ਜਾਣੂ ਨਹੀਂ ਹੋ ਪਾਉਂਦੇ, ਜਿਸ ਕਰਕੇ ਪ੍ਰਸ਼ਨਾਂ ਦੇ ਉੱਤਰ ਵੀ ਤੁਸੀਂ ਕਈ ਵਾਰ ਗਲਤ ਦੇ ਦਿੰਦੇ ਹੋ। ਗੱਲ ਕਰਦੇ ਹਾਂ ਕਹਾਣੀ ਬਾਰੇ। ਜਦੋਂ ਤੁਸੀਂ ਪਹਿਲੀ ਵਾਰ ਇਸ ਕਹਾਣੀ ਦਾ ਨਾਮ ਸੁਣਦੇ ਹੋ ਜਾਂ ਪੜ੍ਹਦੇ ਹੋ ਤਾਂ ਮਨ ਵਿੱਚ ਖਿਆਲ ਆਉਂਦਾ ਕਿ ਮਾੜਾ ਬੰਦਾ ਕਿਸ ਤਰ੍ਹਾਂ ਦਾ। ਕਈ ਬੱਚਿਆਂ ਦੇ ਮਨ ਵਿੱਚ ਆਉਂਦਾ ਹੋਏਗਾ ਕਿ ਕਿਸੇ ਬੁਰੇ ਇਨਸਾਨ ਦੀ ਗੱਲ ਕੀਤੀ ਗਈ ਹੈ, ਬੁਰੇ ਬੰਦੇ ਦੀ ਗੱਲ ਇਸ ਕਹਾਣੀ ਵਿੱਚ ਕੀਤੀ ਗਈ ਹੋਏਗੀ। ਪਰ ਮਾੜੇ ਬੰਦੇ ਦੇ ਬਾਰੇ ਬਾਕੀ ਵਿਦਿਆਰਥੀਆਂ ਦੇ ਵੱਖ-ਵੱਖ ਵਿਚਾਰ ਹੋ ਸਕਦੇ ਆ, ਕਿਉਂਕਿ ਮਾੜੇ ਬੰਦੇ ਤੋਂ ਭਾਵ ਬੁਰਾ ਬੰਦਾ ਵੀ ਹੋ ਸਕਦਾ। ਪਰ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮਾੜੇ ਬੰਦੇ ਦੀ ਕੋਈ ਪੁੱਛ-ਗਿੱਛ ਨਹੀਂ ਹੁੰਦੀ, ਮਤਲਬ ਗਰੀਬ ਨੂੰ ਵੀ ਅਸੀਂ ਮਾੜਾ ਬੰਦਾ ਕਹਿ ਦਿੰਦੇ ਹਾਂ, ਸਰੀਰਕ ਤੌਰ 'ਤੇ ਕਮਜ਼ੋਰ ਇਨਸਾਨ ਨੂੰ ਵੀ ਅਸੀਂ ਮਾੜਾ ਕਹਿ ਦਿੰਦੇ ਹਾਂ। ਹੁਣ ਇਹ ਕਹਾਣੀ ਕਿਸ ਤਰ੍ਹਾਂ ਦੀ ਹੈ? ਇਸ ਕਹਾਣੀ ਨੂੰ ਜਦੋਂ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਇਸ ਮਾੜਾ ਬੰਦਾ ਕਹਾਣੀ ਦੇ ਅਰਥ ਚੰਗੀ ਤਰ੍ਹਾਂ ਸਮਝ ਆਉਣਗੇ। ਇਸ ਬਾਰੇ ਗੱਲ ਅਸੀਂ ਅੰਤ ਵਿੱਚ ਪ੍ਰਸ਼ਨ ਉੱਤਰਾਂ ਦੇ ਮਾਧਿਅਮ ਦੇ ਨਾਲ ਵੀ ਕਰਾਂਗੇ। ਪੜ੍ਹਦੇ ਹਾਂ ਕਹਾਣੀ ਮਾੜਾ ਬੰਦਾ। ਕਹਾਣੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ, ਇਸ ਕਰਕੇ ਕਹਾਣੀ ਦੇ ਸ਼ੁਰੂ ਵਿੱਚ ਹੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਕਹਾਣੀਕਾਰ, ਜਿਹਨੂੰ ਅਸੀਂ ਕਥਾਵਾਚਕ ਵੀ ਕਹਿ ਦਿੰਦੇ ਹਾਂ, ਜਾਂ ਕਹਿ ਲਓ ਕਿ ਲੇਖਕ ਖੁਦ ਉਹਦੇ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਬਾਰੇ ਸਾਨੂੰ ਦੱਸ ਰਿਹਾ ਹੈ। ਸਾਰੀ ਕਹਾਣੀ ਦਾ ਕੇਂਦਰ ਇੱਕ ਘਟਨਾ ਬਣਦੀ ਹੈ ਜਦੋਂ ਲੇਖਕ ਦੀ ਪਤਨੀ ਸਬਜ਼ੀ ਮੰਡੀ ਤੋਂ ਰਿਕਸ਼ਾ ਕਰਵਾ ਕੇ ਘਰ ਆਉਂਦੀ ਹੈ ਅਤੇ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਹੈ ਅਤੇ ਇਸ ਗੱਲ ਦੇ ਉੱਤੇ ਖੈਬੜ ਖਬੜਈਆ ਸ਼ੁਰੂ ਹੋ ਜਾਂਦਾ ਹੈ। ਲੇਖਕ ਮੱਧ ਵਰਗ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਬੱਚਿਓ, ਮੱਧ ਵਰਗ ਪਰਿਵਾਰ ਕਿਹੜੇ ਹੁੰਦੇ ਆ? ਜਿਹੜੇ ਨਾ ਤਾਂ ਬਹੁਤ ਉੱਚੇ ਅਮੀਰਾਂ ਦੇ ਵਿੱਚ ਆਉਂਦੇ ਆ, ਨਾ ਹੀ ਗਰੀਬਾਂ ਦੇ ਵਿੱਚ ਆਉਂਦੇ ਆ। ਇਹ ਮੱਧ ਵਿੱਚ ਵਿਚਕਾਰਲੀ ਸ਼੍ਰੇਣੀ ਹੈ, ਜਿਹੜੀ ਕਿ ਉੱਪਰਲੀ ਸ਼੍ਰੇਣੀ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨ ਦੇ ਲਈ ਪੂਰੀ ਦੌੜ ਦੇ ਵਿੱਚ ਲੱਗੀ ਰਹਿੰਦੀ ਹੈ। ਪਰ ਇਹ ਭੁੱਲ ਜਾਂਦੇ ਆ ਕਿ ਅਸੀਂ ਵੀ ਪਹਿਲਾਂ ਗਰੀਬ ਸ਼੍ਰੇਣੀ ਦੇ ਵਿੱਚੋਂ ਉੱਠ ਕੇ ਹੀ ਮੱਧ ਸ਼੍ਰੇਣੀ ਵਿੱਚ ਆਏ ਹਾਂ। ਸੋ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਅਹੰਕਾਰ ਵੀ ਹੁੰਦਾ ਹੈ ਅਤੇ ਆਪਣੇ ਆਪ ਨੂੰ ਉੱਚਾ ਵੀ ਇਹ ਗਰੀਬਾਂ ਨਾਲੋਂ ਸਮਝਦੇ ਆ। ਸੋ ਮੱਧ ਵਰਗੀ ਪਤੀ ਇਹ ਕਿਵੇਂ ਬਰਦਾਸ਼ਤ ਕਰੇਗਾ ਕਿ ਕੋਈ ਰਿਕਸ਼ੇ ਵਾਲਾ ਉਹਦੀ ਪਤਨੀ ਦੇ ਨਾਲ ਬਦਤਮੀਜ਼ੀ ਕਰੇ? ਸੋ ਪੜ੍ਹਦੇ ਹਾਂ ਇਸ ਕਹਾਣੀ ਨੂੰ ਅਤੇ ਜਾਣਦੇ ਹਾਂ ਕਿ ਕੀ ਵਾਪਰਦਾ ਹੈ ਲੇਖਕ ਦੀ ਪਤਨੀ ਦੇ ਨਾਲ, ਉਹਦੇ ਪਰਿਵਾਰ ਦੇ ਨਾਲ, ਅਤੇ ਉਸ ਰਿਕਸ਼ੇ ਵਾਲੇ ਦਾ ਕੀ ਹੁੰਦਾ। ਕਹਾਣੀ ਸ਼ੁਰੂ ਹੁੰਦੀ ਹੈ, ਉਹ ਉੱਥੇ ਹੀ ਖੜ੍ਹਾ ਸੀ। ਮੇਰੀ ਪਤਨੀ ਨੇ ਮੈਥੋਂ ਚੋਰੀ ਰਸੋਈ 'ਚੋਂ ਨਿਕਲ ਕੇ ਉਹਨੂੰ 2 ਵਾਰ ਦੇਖਿਆ। ਫਿਰ ਉਹ ਬੂਹੇ 'ਚ ਖਲੋ ਕੇ ਮੇਰੇ ਵੱਲ ਵੇਖਣ ਲੱਗੀ। ਮੈਂ ਖਿਜੀ ਨਜ਼ਰ ਨਾਲ ਉਹਨੂੰ ਵੇਖਿਆ ਤਾਂ ਉਹ ਰਸੋਈ 'ਚ ਵੜ ਕੇ ਚਾਹ ਬਣਾਉਣ ਲੱਗ ਪਈ। ਸੋ ਇੱਥੋਂ ਪਤਾ ਲੱਗਦਾ ਕਿ ਉਹ ਰਿਕਸ਼ੇ ਵਾਲਾ ਉਹਨਾਂ ਦੇ ਘਰ ਦੇ ਸਾਹਮਣੇ ਹੀ ਖੜ੍ਹ ਗਿਆ ਉਸ ਝਗੜੇ ਤੋਂ ਬਾਅਦ। ਅੱਗੇ ਕੀ ਕਹਿੰਦਾ? ਮੈਂ ਮੇਜ਼ 'ਤੇ ਬਹਿ ਕੇ ਫਿਰ ਉਹੀ ਚਿੱਠੀ ਲਿਖਣ ਦਾ ਯਤਨ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਪਈ ਸੀ। ਜੰਗਲਾਤ ਦੇ ਅਫਸਰ ਆਪਣੀ ਭੂਆ ਦੇ ਪੁੱਤਰ ਭਰਾ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਲਿਖਣਾ ਸੀ। ਸਾਈਜ਼ ਤੇ ਡਿਜ਼ਾਈਨ ਲਿਖਣ ਵੇਲੇ ਗੱਲ ਉਲਝ ਗਈ ਸੀ। ਜ਼ਰਾ ਕੁ ਸੁਲਝਣ ਲੱਗੀ ਤਾਂ ਪਤਨੀ ਨੇ ਆ ਕੇ ਹੌਲੀ ਦੇਣੀ ਕਿਹਾ, ਹੈਂ ਜੀ, ਉਹ ਉੱਥੇ ਹੀ ਖਲੋਤਾ ਹੈ। ਸੋ ਹੁਣ ਇੱਥੋਂ ਪਤਾ ਲੱਗਦਾ ਕਿ ਹਾਲੇ ਵੀ ਰਿਕਸ਼ੇ ਵਾਲਾ ਘਰ ਦੇ ਬਾਹਰ ਖੜ੍ਹਾ ਹੈ ਅਤੇ ਹੁਣ ਪਤਨੀ ਜਿਹੜੀ ਹੈ ਬੇਚੈਨ ਹੈ ਇਸ ਗੱਲ ਕਰਕੇ ਕਿ ਉਹ ਉੱਥੇ ਹੀ ਖੜ੍ਹਾ ਹੈ ਅਤੇ ਆਪਣੇ ਪਤੀ ਨੂੰ ਆ ਕੇ ਉਹ ਇਹ ਗੱਲ ਦੱਸਦੀ ਹੈ। ਪਤਨੀ ਹਾਲੇ ਵੀ ਬੇਚੈਨ ਸੀ। ਮੈਂ ਚਾਹੁੰਦਾ ਸੀ ਵੀ ਉਹਦਾ ਧਿਆਨ ਹੀ ਨਾ ਕਰੇ, ਪਰ ਮੈਥੋਂ ਆਪ ਚਿੱਠੀ ਲਿਖੀ ਨਹੀਂ ਸੀ ਜਾ ਰਹੀ। ਮੈਂ ਵੀ ਉਹਨੂੰ ਬਾਰੀ ਵਿੱਚੋਂ ਕਈ ਵਾਰ ਵੇਖ ਚੁੱਕਾ ਸੀ। ਉਹ ਉਂਝੇ ਖਲੋਤਾ ਸੀ, ਚੌਂਕ ਦੇ ਖੱਬੇ ਪਾਸੇ, ਆਪਣੇ ਰਿਕਸ਼ੇ ਦਾ ਰੁਖ ਪਾਰਕ ਵੱਲ ਨੂੰ ਕਰਕੇ। ਪਹਿਲਾਂ ਉਹ ਰਿਕਸ਼ੇ ਦੀ ਗੱਦੀ 'ਤੇ ਬੈਠਾ ਸੀ, ਫਿਰ ਉਹ ਪੈਡਲਾਂ 'ਤੇ ਖਲੋ ਗਿਆ। ਹੁਣ ਉਹਨੇ ਕਾਠੀ 'ਤੇ ਕੂਹਣੀ ਰੱਖੀ ਹੋਈ ਸੀ ਅਤੇ ਝੁਕਿਆ ਖਲੋਤਾ ਸੀ, ਜਿਵੇਂ ਉਹਨੇ ਕਿਤੇ ਜਾਣਾ ਵੀ ਨਹੀਂ ਹੁੰਦਾ। ਸੋ ਲੇਖਕ ਵੀ ਬੇਚੈਨ ਹੈ, ਇਸੇ ਕਰਕੇ ਤਾਂ ਇੰਨਾ ਧਿਆਨ ਦੇ ਨਾਲ ਉਹਨੇ ਉਸ ਰਿਕਸ਼ੇ ਵਾਲੇ ਨੂੰ ਦੇਖਿਆ। ਉਹਦੀ ਹਰ ਹਰਕਤ ਬਾਰੇ ਉਹ ਇੱਥੇ ਲਿਖ ਰਿਹਾ। ਅੱਗੇ ਲੇਖਕ ਕੀ ਦੱਸਦਾ? ਉਹਨੇ ਇੱਕ ਵਾਰ ਵੀ ਮੁੜ ਕੇ ਸਾਡੇ ਵੱਲ ਨਹੀਂ ਸੀ ਵੇਖਿਆ। ਘੱਟੋ ਘੱਟ ਉਦੋਂ ਉਹ ਖਾਲੀ ਪਲਾਟ ਵੱਲ ਵੇਖੀ ਜਾ ਰਿਹਾ ਸੀ, ਜਿਵੇਂ ਉਹਦਾ ਸਾਡੇ ਨਾਲ ਕੋਈ ਲੈਣ ਦੇਣ ਹੀ ਨਾ ਹੋਵੇ। ਕੁੱਬੀ ਹੋਈ ਉਹਦੀ ਪਿੱਠ 'ਤੇ ਸੱਜੇ ਮੋਢੇ ਦੀ ਹੱਡੀ ਤੱਕ
ਪੈੜੀ ਜਿਹੀ ਬੁਰਸ਼ਟ ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਉਲਝੇ ਹੋਏ ਸਨ। ਉਹਨੂੰ ਵੇਖ ਕੇ ਹੀ ਦਿਲ ਖਰਾਬ ਹੁੰਦਾ ਸੀ। ਜੇ ਉਹਦੀ ਫੋਟੋ ਖਿੱਚ ਕੇ ਅਖਬਾਰ 'ਚ ਛਾਪੀ ਜਾਵੇ ਤੇ ਹੇਠਾਂ ਲਿਖ ਦਿੱਤਾ ਜਾਵੇ, ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਹਦੀ ਪਤਨੀ ਤੇ ਇਕਲੌਤੇ ਪੁੱਤਰ ਨੂੰ ਕਤਲ ਕਰਕੇ ਉਹਨਾਂ ਦੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਸੀ, ਤਾਂ ਲੋਕ ਸੱਚ ਮੰਨ ਲੈਣਗੇ। ਇਹਦੀਆਂ ਭੁੱਖੀਆਂ ਨਜ਼ਰਾਂ ਇਸ ਤਰ੍ਹਾਂ ਹੈਰਾਨੀ ਨਾਲ ਵੇਖਦੀਆਂ ਨੇ ਜਿਵੇਂ ਕੁਝ ਚੰਗਾ ਵੇਖਿਆ ਹੀ ਨਹੀਂ ਹੁੰਦਾ, ਕਮੀਨੀਆਂ ਜਿਹੀਆਂ। ਸੋ ਇਸ ਤਰ੍ਹਾਂ ਲੇਖਕ ਨੂੰ ਤਾਂ ਇਹ ਰਿਕਸ਼ੇ ਵਾਲਾ ਹਰ ਪੱਖੋਂ ਮਾੜਾ ਲੱਗਦਾ ਹੈ। ਸਰੀਰਕ ਪੱਖੋਂ ਵੀ ਕਮਜ਼ੋਰ ਹੈ, ਮਾੜਾ ਲੱਗਦਾ ਹੈ। ਗਰੀਬੀ ਵੀ ਉਹਦੇ ਕੱਪੜਿਆਂ ਤੋਂ ਝਲਕਦੀ ਹੈ। ਅਤੇ ਤੀਸਰਾ, ਉਹਦੀ ਸ਼ਕਲ ਇਸ ਤਰ੍ਹਾਂ ਦੀ ਆ, ਉਹਦਾ ਪਹਿਰਾਵਾ ਇਸ ਤਰ੍ਹਾਂ ਦਾ ਹੈ, ਉਹਦੀਆਂ ਨਜ਼ਰਾਂ ਇਸ ਤਰ੍ਹਾਂ ਦੀਆਂ ਹੈ ਕਿ ਉਹ ਬੁਰਾ ਇਨਸਾਨ ਵੀ ਉਹਨੂੰ ਲੱਗਦਾ ਹੈ। ਫਿਰ ਲੇਖਕ ਕੀ ਕਹਿੰਦਾ ਹੈ, ਜਦੋਂ ਉਹਨੇ ਭੈੜਾ ਜਿਹਾ ਮੂੰਹ ਕਰਕੇ ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ, ਜਿਵੇਂ ਹੱਤਕ ਕਰ ਰਿਹਾ ਹੋਵੇ, ਤਾਂ ਮੈਨੂੰ ਖਿਝ ਆ ਗਈ ਸੀ। ਅਤੇ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ 2 ਰੁਪਏ ਬੁੜ ਕਰਕੇ ਵਗਾਹ ਮਾਰੇ ਸਨ, ਤਾਂ ਮੇਰਾ ਦਿਲ ਕੀਤਾ ਸੀ ਵੀ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਵਾਂ ਅਤੇ ਸੁੱਕੀਆਂ ਜਿਹੀਆਂ ਬਾਹਾਂ ਦੇ ਕਾਨੇ ਮਰੋੜ ਦਿਆਂ। ਹੁਣ ਇੱਥੇ ਕਹਾਣੀਕਾਰ ਦੱਸਦਾ ਹੈ ਕਿ ਕਿੱਦਾਂ ਗੱਲ ਸ਼ੁਰੂ ਹੋਈ। ਪਰ ਮੇਰੀ ਪਤਨੀ ਨੇ ਮੈਨੂੰ ਰੋਕ ਦਿੱਤਾ। ਕੁਝ ਮੈਂ ਆਪ ਵੀ ਚੁੱਪ ਕਰ ਗਿਆ। ਭਈ ਇਸ ਕਮੀਨੇ ਜਿਹੇ ਬੰਦੇ ਨੂੰ ਕੀ ਹੱਥ ਲਾਉਣਾ ਹੈ, ਛਿੱਟੇ ਹੀ ਪੈਣਗੇ। ਉਹ ਨਿੱਕੀ ਜਿਹੀ ਗਾਲ ਕੱਢ ਦੇਵੇ, ਹੱਥ ਚੁੱਕ ਲਵੇ, ਸ਼ਰੀਫ ਆਦਮੀ ਮਿੱਟੀ ਹੋ ਜਾਂਦਾ ਹੈ। ਫਿਰ ਭਾਵੇਂ ਉਹ ਆਪਣੇ ਆਪ ਨੂੰ ਹੀ ਗਾਲਾਂ ਕੱਢ ਲਵੇ, ਲੋਕ ਸਮਝਦੇ ਨੇ ਦੂਜੇ ਨੂੰ ਹੀ ਕੱਢ ਰਿਹਾ ਹੈ। ਸੋ ਹੁਣ ਲੇਖਕ ਇਸ ਕਰਕੇ ਉਸ ਰਿਕਸ਼ੇ ਵਾਲੇ ਨੂੰ ਮਾਰਦਾ ਕੁੱਟਦਾ ਨਹੀਂ ਹੈ, ਕਿਉਂਕਿ ਉਹਨੂੰ ਇਹ ਡਰ ਹੈ ਕਿ ਜੇਕਰ ਰਿਕਸ਼ੇ ਵਾਲੇ ਨੇ ਉਹਨੂੰ ਇੱਕ ਗਾਲ ਵੀ ਕੱਢ ਦਿੱਤੀ ਤਾਂ ਉਹਦੀ ਬਦਨਾਮੀ ਹੋਏਗੀ। ਫਿਰ ਅੱਗੇ ਉਹ ਕੀ ਕਹਿੰਦਾ ਹੈ, ਉਂਝ ਵੀ ਮੈਂ ਨਹੀਂ ਚਾਹੁੰਦਾ ਪਈ ਮਾੜੇ ਬੰਦੇ ਨਾਲ ਲੜਿਆ ਜਾਵੇ, ਪਰ ਇਹ ਬੇਇਨਸਾਫੀ ਵੀ ਸਹਿ ਨਹੀਂ ਹੁੰਦੀ। ਸਬਜ਼ੀ ਮੰਡੀ ਤੋਂ ਇੱਥੋਂ ਤੱਕ ਦੇ 2 ਰੁਪਏ ਦੇਣੇ ਤੈਅ ਕੀਤੇ ਸਨ ਮੇਰੀ ਪਤਨੀ ਨੇ। ਫਿਰ ਝਗੜਾ ਕਾਹਦਾ? ਇਹ ਕਮੀਨਾ ਤਰੀਕਾ ਹੈ ਇਹਨਾਂ ਦਾ ਮੰਗਣ ਦਾ ਜਾਂ ਠਗਣ ਦਾ। ਪਹਿਲਾਂ ਕਹਿਣਗੇ ਜੋ ਮਰਜ਼ੀ ਦੇ ਦਿਓ, ਪਰ ਲੈਣ ਵੇਲੇ ਆਪਣੀ ਮਰਜ਼ੀ ਦੇ ਲੈਣਗੇ। ਜੇ ਪੈਸੇ ਤੈਅ ਕਰ ਲਓ ਤਾਂ ਜਦੋਂ ਮੁਹੱਲਾ ਨੇੜੇ ਆਉਣ ਲੱਗਦਾ ਏ ਤਾਂ ਕਹਿਣ ਲੱਗ ਪੈਂਦੇ ਨੇ, ਬੀਬੀ ਜੀ ਇਹ ਤਾਂ ਬੜੀ ਦੂਰ ਏ, ਸ਼ਹਿਰ ਦਾ ਦੂਜਾ ਪਾਸਾ ਆ ਗਿਆ, ਮਾਡਲ ਟਾਊਨ ਤਾਂ 1.5 ਮੀਲ ਲੰਬਾ ਏ, ਗਰੀਬ ਆਦਮੀ ਨੂੰ ਮਾਰ ਲਿਆ। ਇਸ ਵੇਲੇ ਕੋਈ ਇੰਨੀ ਦੂਰ ਕਾਹਨੂੰ ਆਉਂਦਾ ਹੈ? ਅਜੇ ਤਾਂ ਦੁਪਹਿਰ ਦੇ 2 ਹੀ ਵੱਜੇ ਸਨ। ਇਹਦਾ ਖਿਆਲ ਸੀ ਵੀ ਘਰ 'ਚ ਕੋਈ ਮਰਦ ਨਹੀਂ ਹੋਵੇਗਾ, ਜਨਾਨੀ ਨੂੰ ਠੱਗ ਲਵਾਂਗੇ। ਰਿਕਸ਼ਾ ਰੋਕ ਕੇ ਕਹਿੰਦਾ, ਇਹ ਤਾਂ ਬੀਬੀ ਜੀ ਸ਼ਕਤੀ ਨਗਰ ਹੀ ਆ ਗਿਆ, ਸੜਕ ਟੁੱਟੀ ਪਈ ਏ, 3 ਰੁਪਏ ਦਿਓ। ਆਵਾਜ਼ ਸੁਣ ਕੇ ਮੈਂ ਬਾਹਰ ਨਿਕਲ ਆਇਆ। ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਏ 2 ਰੁਪਏ ਵਗਾਹ ਸੁੱਟੇ। ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਗਰੀਬ ਹਾਂ ਨਾ, ਮਾੜਾ ਬੰਦਾ ਹਾਂ ਨਾ, ਆਖਦਾ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਵੇਖਦਾ ਰਿਕਸ਼ਾ ਲੈ ਕੇ ਤੁਰ ਗਿਆ। ਮੈਨੂੰ ਪਤਾ ਸੀ ਭਈ ਉਹ 1 ਰੁਪਇਆ ਵੱਧ ਮੰਗ ਕੇ 50 ਪੈਸੇ ਵੱਧ ਲੈਣੇ ਚਾਹੁੰਦਾ ਹੈ, ਪਰ ਇਹ ਕੋਈ ਤਰੀਕਾ ਸੀ? ਉਹ ਮਿੰਨਤ ਨਾ ਸਹੀ ਨਿਮਰਤਾ ਨਾਲ ਕਹਿੰਦਾ ਵੀ ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ, ਪਰ ਬੀਬੀ ਜੀ ਇਹ ਦੂਰ ਨਿਕਲੀ, ਮੈਨੂੰ 50 ਪੈਸੇ ਹੋਰ ਦੇ ਦਿਓ। ਉਹਨੂੰ ਉਸੇ ਵੇਲੇ ਮਿਲ ਜਾਣੇ ਸਨ। ਭਗਤਣੀ ਮੇਰੀ ਪਤਨੀ ਤਾਂ ਤੁਰੇ ਜਾਂਦੇ ਗਰੀਬ ਗੁਰਬੇ ਨੂੰ ਰੋਟੀ ਚਾਹ ਦੇ ਦਿੰਦੀ ਏ। ਇਹਨੇ ਤਾਂ ਫੇਰ ਵੀ ਉਹਨੂੰ ਢੋ ਕੇ ਲਿਆਂਦਾ ਸੀ, ਪਰ ਪੁਆੜਾ ਪੈ ਗਿਆ ਉਹਦੇ ਰੁਪਈਆ ਸੁੱਟਣ ਅਤੇ ਮੇਰੇ ਗਰਮ ਹੋਣ 'ਤੇ। ਸੋ ਬੱਚਿਓ, ਕਹਾਣੀ ਵਿਚਲੀ ਸਾਰੀ ਬੇਚੈਨੀ ਦਾ ਇੱਕੋ ਇੱਕ ਕਾਰਨ ਗੁੱਸਾ ਹੈ। ਰਿਕਸ਼ੇ ਵਾਲੇ ਤਾਂ ਗੁੱਸੇ ਨਾਲ ਪੈਸੇ ਵਗਾਹ ਮਾਰਨਾ ਬਿਲਕੁਲ ਉਹਨੂੰ ਮਾੜਾ ਬੰਦਾ ਬਣਾ ਦਿੰਦਾ ਹੈ। ਉਹਦਾ ਇਹ ਵਿਵਹਾਰ ਬਿਲਕੁਲ ਵੀ ਸਹੀ ਨਹੀਂ ਸੀ। ਇਸੇ ਤਰ੍ਹਾਂ ਲੇਖਕ ਵੀ ਉਸ ਵੇਲੇ ਮਾੜਾ ਬਣ ਜਾਂਦਾ ਹੈ ਜਦੋਂ ਉਹ ਗੁੱਸੇ ਦੇ ਵਿੱਚ ਚਾਹੁੰਦਾ ਹੈ ਕਿ ਉਹਦੀਆਂ ਉਹ ਬਾਹਾਂ ਮਰੋੜ ਦੇਵੇ, ਜਾਂ ਇਸੇ ਗੁੱਸੇ ਕਾਰਨ ਉਹ ਖੁਦ ਤੇ ਉਹਦੀ ਪਤਨੀ ਬੇਚੈਨ ਬੈਠੇ ਆ। ਸੋ ਗੁੱਸੇ ਦਾ ਨਤੀਜਾ ਹਰ ਇਨਸਾਨ ਨੂੰ ਭੁਗਤਣਾ ਪੈਂਦਾ ਹੈ। ਜਾਣਦੇ ਹਾਂ ਅੱਗੇ ਕੀ ਹੁੰਦਾ। ਮੇਰੀ ਪਤਨੀ ਚਾਹ ਦਾ ਆਪਣਾ ਕੱਪ ਵੀ ਮੇਰੇ ਕੋਲ ਲੈ ਆਈ ਤਾਂ ਚੀਨੀ ਲੈਣ ਦੇ ਬਹਾਨੇ ਇੱਕ ਵਾਰ ਫੇਰ ਉਹਨੂੰ ਵੇਖ ਆਈ। ਕੁਰਸੀ 'ਤੇ ਬਹਿ ਕੇ ਚਾਹ ਪੀਂਦੀ ਨੇ ਮੇਰੇ ਚਿਹਰੇ ਵੱਲ ਤੱਕਿਆ। ਜਦ ਮੈਂ ਚੁੱਪ ਹੀ ਰਿਹਾ ਤਾਂ ਆਪ ਹੀ ਬੋਲੀ, ਛੱਡੋ ਪਰੇ, 3 ਰੁਪਏ ਹੀ ਨੇ, ਦੇ ਦਿਓ ਆ। ਨਹੀਂ, ਮੈਂ ਇੱਕੋ ਸ਼ਬਦ ਬੋਲਿਆ। ਉਹ ਗਰੀਬ ਏ, ਪੈਸੇ ਡਿੱਗ ਵੀ ਪੈਂਦੇ ਨੇ, ਬੱਚੇ ਰੋਜ਼ ਰੁਪਈਆ 2 ਰੁਪਏ ਖਰਚ ਦਿੰਦੇ ਨੇ, ਕਿੰਨੇ ਪੈਸੇ ਐਵੇਂ ਰੋੜ ਛੱਡੀ ਦੇ ਨੇ। ਉਹ ਰਿਕਸ਼ੇ ਵਾਲੇ ਦੀ ਵਕੀਲ ਬਣੀ ਬੈਠੀ ਸੀ, ਹਮਦਰਦੀ ਨਾਲ ਜਾਂ ਡਰ ਨਾਲ। ਦੇਖੋ ਹੁਣ ਇਹ ਡਰ ਵੀ ਹੋ ਸਕਦਾ ਹੈ ਅਤੇ ਹਮਦਰਦੀ ਵੀ ਹੋ ਸਕਦੀ ਹੈ। ਡਰ ਇਸ ਗੱਲ ਦਾ ਕਿ ਐਵੇਂ ਕੁਝ ਉਲਟਾ ਸਿੱਧਾ ਨਾ ਕਰ ਦੇਵੇ
ਜਿਹਨੂੰ ਭੁਗਤਣਾ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਕਿਸੇ ਹੋਰ ਵਿਕਤਾ ਦੇ ਵਿੱਚ ਪਾ ਦੇਵੇ। ਉਂਝ ਉਹਦੀ ਗੱਲ ਠੀਕ ਸੀ। ਮੈਂ ਰੋਜ਼ 3-2.5 ਰੁਪਏ ਦੀਆਂ ਸਿਗਰਟਾਂ ਪੀਂਦਾ ਹਾਂ, ਮਹੀਨੇ 'ਚ 2-3 ਵਾਰ ਸਿਨੇਮਾ ਦੇਖਦਾ ਹਾਂ। ਡੈਡੀ, ਰਿਕਸ਼ੇ ਵਾਲਾ ਉੱਥੇ ਖਲੋਤਾ। ਇੱਕ ਬੰਦੇ ਨੇ ਪੁੱਛਿਆ, ਚੱਲਣਾ ਈ ਕੰਪਨੀ ਬਾਗ? ਕਹਿੰਦਾ ਨਹੀਂ। ਮੇਰੇ ਵੱਡੇ ਪੁੱਤਰ ਨੇ ਆ ਕੇ ਦੱਸਿਆ। ਹੁਣ ਲੇਖਕ ਅਤੇ ਲੇਖਕ ਦੀ ਪਤਨੀ ਤਾਂ ਬੇਚੈਨ ਹੈ ਹੀ, ਨਾਲ ਦੀ ਨਾਲ ਉਹਨਾਂ ਦਾ ਬੇਟਾ, ਉਹਨਾਂ ਦਾ ਬੱਚਾ ਵੀ ਪਰੇਸ਼ਾਨ ਹੋ ਰਿਹਾ ਇਸ ਗੱਲ ਤੋਂ ਕਿ ਉਹ ਰਿਕਸ਼ੇ ਵਾਲਾ ਉੱਥੋਂ ਜਾ ਨਹੀਂ ਰਿਹਾ। ਬੇਵਕੂਫ, ਜਾਹਲ, ਤਦੇ ਸਾਲੇ ਗਰੀਬ ਨੇ ਨਾਜਾਇਜ਼ ਤਰੀਕੇ ਨਾਲ 1 ਰੁਪਇਆ ਕਮਾਉਣ ਬਦਲੇ 2 ਰੁਪਏ ਦੀ ਸਵਾਰੀ ਗਵਾ ਦਿੱਤੀ। ਪੂਰਾ 1 ਘੰਟਾ ਬਰਬਾਦ ਕਰ ਲਿਆ। 5 ਰੁਪਏ ਕਮਾਏ ਜਾ ਸਕਦੇ ਸੀ ਇਸ ਸਮੇਂ 'ਚ। ਬੁੜਬੁੜਾ ਕੇ ਮੈਂ ਇੰਝ ਕਿਹਾ ਵੀ ਮੁੰਡਾ ਨਾ ਸੁਣੇ ਅਤੇ ਚਿੱਠੀ ਅਧੂਰੀ ਹੀ ਪਰੇ ਕਰ ਦਿੱਤੀ। ਮੈਂ ਨਹੀਂ ਸੀ ਚਾਹੁੰਦਾ ਵੀ ਮੁੰਡੇ ਨੂੰ ਮੇਰੇ ਚਿਹਰੇ ਤੋਂ ਇਸ ਚਿੰਤਾ ਦਾ ਪਤਾ ਲੱਗੇ ਜਿਹੜੀ ਰਿਕਸ਼ੇ ਵਾਲੇ ਦੇ ਖਲੋਣ ਨਾਲ ਮੈਨੂੰ ਹੋ ਰਹੀ ਸੀ। ਮੈਂ ਪਤਨੀ ਨੂੰ ਵੀ ਇਵੇਂ ਜ਼ਾਹਿਰ ਕਰ ਰਿਹਾ ਸੀ ਅਤੇ ਸਮਝਾ ਵੀ ਰਿਹਾ ਸੀ ਵੀ ਉਹ ਉੱਧਰ ਧਿਆਨ ਹੀ ਨਾ ਦੇਵੇ, ਸਾਲਾ ਆਪੇ ਥੱਕ ਹਾਰ ਕੇ ਚਲਿਆ ਜਾਵੇਗਾ। ਪਤਨੀ ਕੱਪ ਚੁੱਕ ਕੇ ਰਸੋਈ 'ਚ ਚਲੀ ਗਈ। ਮੈਂ ਉੱਠ ਕੇ ਬਾਰੀ ਵਿੱਚ ਹੀ ਝਾਤੀ ਮਾਰੀ। ਕੋਈ ਹੋਰ ਰਿਕਸ਼ੇ ਵਾਲਾ ਉਹਦੇ ਕੋਲ ਖਲੋਤਾ ਸੀ। ਉਹ ਦੂਜਾ ਰਿਕਸ਼ੇ ਵਾਲਾ ਕੋਈ ਗੱਲ ਕਰਕੇ ਕਾਰ ਨਾਲ ਅੱਡੇ ਵੱਲ ਨੂੰ ਚਲਾ ਗਿਆ। ਮੈਨੂੰ ਲੱਗਾ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਏ। ਇਹਨਾਂ ਵਿੱਚ ਏਕਤਾ ਬੜੀ ਏ। ਝਗੜਾ ਹੋਣ 'ਤੇ ਸਾਰੇ ਚੰਬੜ ਜਾਂਦੇ ਨੇ, ਪਰ ਦੂਜੇ ਮੁਸਾਫਰ ਵੇਖ ਕੇ ਵੀ ਲੰਘ ਜਾਂਦੇ ਨੇ। ਹੁਣ ਇੱਥੇ ਉਹ ਰਿਕਸ਼ੇ ਵਾਲਾ ਤਾਕਤਵਰ ਜਾਪ ਰਿਹਾ, ਜਿਹਨੂੰ ਲੇਖਕ ਮਾੜਾ ਬੰਦਾ ਕਹਿ ਰਿਹਾ, ਕਿਉਂਕਿ ਹੁਣ ਇਹਨੂੰ ਲੇਖਕ ਨੂੰ ਉਹਨਾਂ ਦੀ ਤਾਕਤ ਦਾ ਅਹਿਸਾਸ ਹੋ ਰਿਹਾ ਕਿ ਜੇਕਰ ਇਕੱਠੇ ਹੋ ਕੇ ਆ ਗਏ ਤਾਂ ਉਹ ਸਾਰੀ ਸਥਿਤੀ ਨੂੰ ਬਦਲ ਕੇ ਰੱਖ ਦੇਣਗੇ। ਇੱਕ ਉਹਦੇ ਮਨ ਦੇ ਵਿੱਚ ਡਰ ਵੀ ਪੈਦਾ ਹੋ ਰਿਹਾ। ਅੱਗੇ ਕੀ ਕਹਿੰਦਾ, ਬੁਲਾ ਲਿਆਵੇ ਪਿਆ, ਮੈਂ ਕੋਈ ਡਰਦਾ? ਸੋਚ ਕੇ ਮੈਂ ਕੁਰਸੀ 'ਤੇ ਬਹਿ ਗਿਆ। ਪਤਨੀ ਮੁੜ ਕੇ ਆ ਕੇ ਬੂਹੇ 'ਚ ਖਲੋ ਗਈ। ਹੌਲੀ ਦੇਣੀ ਕਹਿੰਦੀ, ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ 1 ਕੱਪ ਚਾਹ ਪਿਆ ਦਿੰਦੀ। ਹੁਣ ਡੋਲਣੀ ਪਈ ਏ। ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ। ਲੱਗਦਾ ਸੀ ਉਹ ਹਾਰ ਗਈ ਏ। ਜੇ ਉਹ ਰਿਕਸ਼ੇ ਵਾਲਾ ਮੁੜ ਕੇ ਆ ਜਾਵੇ ਅਤੇ ਮੈਂ ਇੱਥੋਂ ਚਲਾ ਜਾਵਾਂ ਤਾਂ ਇਹ ਉਹਨੂੰ ਚੁੱਪ ਕਰਕੇ 3 ਰੁਪਏ ਹੀ ਦੇ ਦੇਵੇਗੀ। ਕਿਉਂ ਜੀ? ਉਹ ਕਹਿਣ ਲੱਗੀ, ਜੇ ਰਾਤ ਹੋਵੇ, ਮੀਂਹ ਵਸਦਾ ਹੋਵੇ ਤਾਂ 3 ਹੀ ਰੁਪਏ ਲੈਂਦੇ ਨੇ ਰਿਕਸ਼ੇ ਵਾਲੇ। ਹੁਣ ਮੀਂਹ ਵਸਦਾ? ਮੇਰੇ ਮੂੰਹੋਂ ਇਹ ਗੱਲ ਸਖਤੀ ਨਾਲ ਨਿਕਲ ਗਈ। ਇਸ ਦਾ ਅਹਿਸਾਸ ਮੈਨੂੰ ਵੀ ਸ਼ਿੱਦਤ ਨਾਲ ਹੋਇਆ। ਉਹ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਗਈ। ਮੈਂ ਚਿੱਠੀ 'ਤੇ 2-3 ਸਤਰਾਂ ਝਰੀਟੀਆਂ ਅਤੇ ਪੂਰੀ ਕਰ ਦਿੱਤੀ। ਪੂਰੀ ਕੀ ਕਰ ਦਿੱਤੀ, ਥੱਕ ਹਾਰ ਕੇ ਲਿਖ ਦਿੱਤਾ। ਹੋਰ ਗੱਲਾਂ ਮੈਂ ਅਗਲੀ ਚਿੱਠੀ 'ਚ ਲਿਖਾਂਗਾ। ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ। ਅਤੇ ਲੱਕੜ ਬਾਰੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ ਉਹ ਭੁੱਲ ਭੱਲ ਗਈ ਏ। ਵਿਚਕਾਰ ਹਰਾਮਜ਼ਾਦਾ ਉਹ ਆ ਗਿਆ ਸੀ ਜਿਹੜਾ ਚੌਂਕ 'ਚ ਖਲੋਤਾ ਸੀ। ਸ਼ਾਇਦ ਹਾਲੇ ਵੀ ਉਂਝ ਖਲੋਤਾ ਹੋਵੇ, ਰਿਕਸ਼ੇ ਦੀ ਕਾਠੀ 'ਤੇ ਕੂਹਣੀ ਟਿਕਾ ਕੇ। ਮੈਨੂੰ ਪਤਨੀ ਦੀ ਇਸ ਆਦਤ 'ਤੇ ਖਿਝ ਆਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ ਅਤੇ ਅੱਡੇ 'ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਕਿ 25 ਪੈਸੇ ਦਾ ਪਾਨ ਖਾ ਕੇ ਥੁੱਕ ਦਿੰਦੇ ਹੋ, ਇਸ ਗਰੀਬ ਦੀ ਤਲੀ 'ਤੇ ਥੁੱਕ ਦਿਓ। ਇਸ ਮਾਮਲੇ 'ਚ ਮੈਂ ਉਹਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਗੱਲ ਦਲੀਲ ਨਾਲੋਂ ਵੱਧ ਭਾਵਨਾ ਦੀ ਏ। ਉਹ ਪੁੰਨ ਸਮਝ ਕੇ ਸੁਖੀ ਹੋ ਜਾਂਦੀ ਏ ਅਤੇ ਰਿਕਸ਼ੇ ਵਾਲਾ ਜਾਂ ਮੰਗਤਾ ਠੇਕੇ ਤੋਂ ਬੋਤਲ ਲੈ ਆਉਂਦਾ ਹੈ। ਮੇਰਾ ਦਿਲ ਕੀਤਾ ਉੱਠ ਕੇ ਰਿਕਸ਼ੇ ਵਾਲੇ ਕੋਲ ਜਾਵਾਂ ਅਤੇ ਪੁੱਛਾਂ ਵੀ ਤੈਂ ਜਾਣਾ ਏ ਕਿ ਨਹੀਂ? ਭਲਾ ਮਾਨਸ ਬਣ ਕੇ ਪੈਸੇ ਲੈ ਕੇ ਟੁਰ ਜਾ, ਨਹੀਂ ਤਾਂ ਛਿੱਤਰ ਲਾ ਲਵਾ ਦਿਆਂਗਾ। ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ ਇਹ ਬਦਮਾਸ਼ ਰਿਕਸ਼ੇ ਵਾਲਾ ਮੈਨੂੰ ਧਮਕੀਆਂ ਦਿੰਦਾ ਹੈ, ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਹੈ। ਔਖਾ ਜਿਹਾ ਉੱਠ ਕੇ ਮੈਂ ਬਰਾਂਡੇ 'ਚ ਆਇਆ। ਗੁੱਸੇ ਨਾਲ ਵਿਹੜੇ 'ਚ ਗਿਆ। ਗੇਟ ਵੱਲ ਵਧਿਆ ਤਾਂ ਉਹ ਰਿਕਸ਼ਾ ਵਾਲਾ ਉੱਥੇ ਨਹੀਂ ਸੀ। ਮੈਂ ਪਿਛਾਂਹ ਮੁੜ ਕੇ ਪਤਨੀ ਨੂੰ ਆਵਾਜ਼ ਮਾਰੀ। ਉਹ ਕੋਈ ਧਰਮ ਪੋਥੀ ਪੜ੍ਹਦੀ ਬਾਹਰ ਨਿਕਲੀ। ਮੈਂ ਉਹਨੂੰ ਦੱਸਿਆ ਕਿ ਉਹ ਚਲਾ ਗਿਆ। ਉਹਨੇ ਝੱਟ ਦੇਣੀ ਪੋਥੀ ਬੰਦ ਕਰਕੇ ਬਰਾਂਡੇ ਦੀ ਬੰਨੀ 'ਤੇ ਰੱਖ ਦਿੱਤੀ। ਅਸੀਂ ਲਾਅਨ 'ਚ ਪਈਆਂ ਕੁਰਸੀਆਂ 'ਤੇ ਬਹਿ ਗਏ। ਉਹਦੇ ਚਿਹਰੇ 'ਤੇ ਦੁੱਖ ਦਾ ਜਿਹੜਾ ਪੋਚਾ ਫਿਰਿਆ ਪਿਆ ਸੀ ਉਹ ਧੁੱਪ ਗਿਆ ਸੀ। ਮੈਂ ਐਵੇਂ ਪੁੱਛਿਆ, ਅੱਜ ਰਾਤੀ ਫਿਲਮ ਨਾ ਵੇਖ ਆਈਏ? ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦਿਆਂਗੇ ਅਤੇ ਉਹ 50 ਪੈਸੇ ਜਿਹੜੇ ਤੈਂ ਵੱਧ ਦੇਣੇ ਸਨ ਉਹ ਅੱਡੇ ਵਾਲੇ ਮੰਗਤੇ ਦੀ ਤਲੀ 'ਤੇ ਧਰ ਦਿਆਂਗੇ। ਜਿਵੇਂ ਤੇਰੀ ਮਰਜ਼ੀ, ਤੂੰ ਮੁਖਤਿਆਰ ਏ, ਮੈਨੂੰ ਕੀ। ਗੱਲ ਕਰਕੇ ਅਸੀਂ ਇੱਕ ਦੂਜੇ ਵੱਲ ਵੇਖਿਆ ਅਤੇ ਮੁਸਕਰਾ ਪਏ। ਸੋ ਹੁਣ ਕੀ ਹੋਇਆ, ਦੋਨਾਂ ਪਤੀ ਪਤਨੀ ਨੂੰ
ਦੋਸ਼ ਭਾਵਨਾ ਆ ਘੇਰਦੀ ਹੈ। ਤੇ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਕੀ ਹੱਲ ਲੱਭਦੇ ਆ ਉਹ, ਕਿ ਜਿਹੜੇ ਪੈਸੇ ਰਿਕਸ਼ੇ ਵਾਲੇ ਨੂੰ ਉਹਨਾਂ ਨੇ ਨਹੀਂ ਦਿੱਤੇ ਉਹ ਪੈਸੇ ਉਹ ਪਿੰਗਲਵਾੜੇ ਨੂੰ ਦੇ ਦੇਣਗੇ ਅਤੇ ਬਾਕੀ 50 ਪੈਸੇ ਉਹ ਮੰਗਤੇ ਨੂੰ ਦੇ ਦੇਣਗੇ, ਜਿਸ ਨਾਲ ਉਹ ਇਸ ਦੋਸ਼ ਤੋਂ ਮੁਕਤ ਹੋ ਜਾਣਗੇ। ਸੋ ਕਿਆ ਵਾਕਈ ਇਸ ਦੋਸ਼ ਤੋਂ ਉਹ ਮੁਕਤ ਹੋ ਜਾਣਗੇ ਅਜਿਹਾ ਕਰਨ ਦੇ ਨਾਲ? ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਸਾਨੂੰ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਕਰਨਾ ਚਾਹੀਦਾ, ਤਾਂ ਕਿ ਸਾਡੇ ਜੀਵਨ ਦੇ ਵਿੱਚ ਇਹੋ ਜਿਹੀਆਂ ਸਥਿਤੀਆਂ ਬਣਨ ਹੀ ਨਾ ਕਿ ਉਹ ਤੁਹਾਨੂੰ ਬੇਚੈਨ ਕਰ ਦੇਣ। ਸੋ ਅੱਗੇ ਵੱਧਦੇ ਹਾਂ ਪਾਠ ਅਭਿਆਸ ਵੱਲ। ਪਹਿਲਾ ਪ੍ਰਸ਼ਨ ਹੈ, ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ? 4 ਆਪਸ਼ਨਸ ਹੈ, ਇੱਕ ਚੂਜ਼ ਕਰਨੀ ਹੈ ਤੁਸੀਂ। ਰਿਕਸ਼ੇ ਵਾਲਾ, ਲੇਖਕ ਦੀ ਪਤਨੀ, ਲੇਖਕ ਜਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਨਹੀਂ। ਆਨਸਰ ਹੋਏਗਾ ਤਿੰਨਾਂ ਵਿੱਚੋਂ ਕੋਈ ਵੀ ਨਹੀਂ, ਕਿਉਂਕਿ ਲੇਖਕ ਦੀ ਪਤਨੀ ਤਾਂ ਕਿਸੇ ਵੀ ਪੱਖੋਂ ਸਾਨੂੰ ਦੋਸ਼ੀ ਹੁਣ ਤੱਕ ਨਜ਼ਰ ਨਹੀਂ ਆਈ। ਰਿਕਸ਼ੇ ਵਾਲੇ ਨੇ ਪੈਸੇ ਵਗਾ ਕੇ ਮਾਰੇ, ਇਹ ਉਹਨੇ ਮਾੜਾ ਕੰਮ ਕੀਤਾ। ਲੇਖਕ ਨੇ ਗੁੱਸੇ ਦੇ ਨਾਲ ਹੀ ਸਾਰੀ ਸਥਿਤੀ ਨੂੰ ਕਾਬੂ ਵਿੱਚ ਕਰਨ ਦੀ ਕੋਸ਼ਿਸ਼ ਕੀਤੀ, ਇਹ ਉਹਨੇ ਮਾੜਾ ਕੰਮ ਕੀਤਾ। ਪਰ ਦੋਨਾਂ ਨੂੰ ਅਗਰ ਆਪਾਂ ਉਹਨਾਂ ਦੀ ਸਥਿਤੀ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਦੋਨਾਂ ਨੇ ਆਪਣੇ ਆਪਣੇ ਹਿਸਾਬ ਦੇ ਨਾਲ ਸਹੀ ਕੀਤਾ। ਸੋ ਅਗਰ ਇਸ ਤਰ੍ਹਾਂ 4 ਆਪਸ਼ਨਸ ਆਉਣੀਆਂ ਤਾਂ ਅਸੀਂ ਇਹਦਾ ਉੱਤਰ ਦੇਵਾਂਗੇ ਕਿ ਤਿੰਨਾਂ ਵਿੱਚੋਂ ਕੋਈ ਵੀ ਦੋਸ਼ੀ ਨਹੀਂ ਹੈ। ਪਰ ਜੇਕਰ ਚੌਥੀ ਆਪਸ਼ਨ ਆ ਜਾਂਦੀ ਕਿ ਉਪਰੋਕਤ ਸਾਰੇ ਦੋਸ਼ੀ ਹੈ, ਤਾਂ ਤੁਸੀਂ ਕਿਸ ਆਪਸ਼ਨ ਨੂੰ ਚੂਜ਼ ਕਰਨਾ ਸੀਗਾ? ਰਿਕਸ਼ੇ ਵਾਲਾ ਦੋਸ਼ੀ ਹੈ, ਕਿਉਂਕਿ ਲੇਖਕ ਦੀ ਪਤਨੀ ਤਾਂ ਦੋਸ਼ੀ ਨਹੀਂ ਹੈ। ਸੋ ਇਸ ਕਰਕੇ ਰਿਕਸ਼ੇ ਵਾਲੇ ਨੇ ਗੱਲ ਸ਼ੁਰੂ ਕੀਤੀ, ਉਹਨੇ ਵਗਾ ਕੇ ਪੈਸੇ ਮਾਰੇ, ਗੱਲ ਸਾਰੀ ਇੱਥੋਂ ਹੀ ਸ਼ੁਰੂ ਹੁੰਦੀ ਹੈ। ਇਸ ਕਰਕੇ ਦੋਸ਼ੀ ਕੌਣ ਹੋਇਆ? ਰਿਕਸ਼ੇ ਵਾਲਾ। ਸੋ ਅਗਲਾ ਪ੍ਰਸ਼ਨ ਹੈ, ਲੇਖਕ ਦੀ ਪਤਨੀ ਬੇਚੈਨ ਸੀ ਕਿਉਂਕਿ 2 ਆਪਸ਼ਨ ਹੈ। ਰਿਕਸ਼ੇ ਵਾਲੇ ਨੇ ਪੈਸੇ ਵਗਾ ਮਾਰੇ ਸਨ। ਦੂਸਰੀ ਆਪਸ਼ਨ, ਉਸਨੇ ਰਿਕਸ਼ੇ ਵਾਲੇ ਨੂੰ ਤੈਅ ਕੀਤੇ ਪੈਸਿਆਂ ਤੋਂ ਘੱਟ ਪੈਸੇ ਦਿੱਤੇ ਸਨ। ਹੁਣ ਬੇਚੈਨ ਉਹ ਇਸ ਕਰਕੇ ਹੋਈ, ਪਹਿਲੀ ਆਪਸ਼ਨ ਨੂੰ ਟਿਕ ਲਾਓਗੇ, ਰਿਕਸ਼ੇ ਵਾਲੇ ਨੇ ਪੈਸੇ ਵਗਾ ਮਾਰੇ ਸਨ। ਤੀਸਰਾ ਪ੍ਰਸ਼ਨ ਹੈ, ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ? ਉੱਤਰ ਹੈ, ਲੇਖਕ ਆਪਣੀ ਭੂਆ ਦੇ ਪੁੱਤਰ ਭਾਵ ਆਪਣੇ ਭਰਾ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ, ਜਿਹੜਾ ਕਿ ਜੰਗਲਾਤ ਮਹਿਕਮੇ ਵਿੱਚ ਅਫਸਰ ਸੀ। ਚੌਥਾ ਕੁਐਸਚਨ ਹੈ, ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ? 2 ਆਪਸ਼ਨ ਹੈ, ਇੱਕ ਚੂਜ਼ ਕਰਾਂਗੇ। ਪਹਿਲੀ ਆਪਸ਼ਨ, ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸੇ ਮੰਗਦਾ ਸੀ। ਦੂਸਰੀ, ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ। ਦੂਸਰੀ ਆਪਸ਼ਨ ਨੂੰ ਟਿਕ ਲਾਵਾਂਗੇ। ਅਗਲਾ ਪ੍ਰਸ਼ਨ ਹੈ, ਰਿਕਸ਼ੇ ਵਾਲੇ ਨੇ ਪੈਸੇ ਕਿਉਂ ਵਗਾ ਮਾਰੇ? ਆਨਸਰ ਹੈ, ਕਿਉਂਕਿ ਉਹ ਵਧੇਰੇ ਪੈਸੇ ਲੈਣਾ ਚਾਹੁੰਦਾ ਸੀ, ਜ਼ਿਆਦਾ ਪੈਸੇ ਲੈਣਾ ਚਾਹੁੰਦਾ ਸੀ। ਸੋ ਇਹ ਕੁਝ ਵਸਤੂਨਿਸ਼ਟ ਪ੍ਰਸ਼ਨ ਆਪਾਂ ਕੀਤੇ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਪ੍ਰਸ਼ਨ ਸਾਡੇ ਇਸ ਕਹਾਣੀ ਦੇ ਵਿੱਚੋਂ ਬਣਦੇ ਆ, ਜਿਨ੍ਹਾਂ ਨੂੰ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੈ, ਤੁਸੀਂ ਉੱਥੇ ਜਾ ਕੇ ਇਹਨਾਂ ਨੂੰ ਸੁਣ ਸਕਦੇ ਹੋ, ਜਾਂ ਐਂਡ ਸਕਰੀਨ 'ਤੇ ਟੱਚ ਕਰਕੇ ਵੀ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਸੁਣ ਸਕਦੇ ਹੋ।